हाँ जी, ਅੱਜ ਆਪਾਂ ਮੈਥ ਦੀ 3rd F ਐਕਸਰਸਾਈਜ਼ ਸ਼ੁਰੂ ਕਰਨ ਜਾ ਰਹੇ ਹਾਂ ਤੇ ਉਹਦੇ ਕੁਝ ਕੁ ਫਾਰਮੂਲਾ ਨੇ। ਤਾਂ ਪਹਿਲਾਂ ਤਾਂ ਉਹ ਫਾਰਮੂਲਾ ਦੇਖੋ, ਇਹਨਾਂ ਨੂੰ ਆਪਾਂ AB ਫਾਰਮੂਲਾ ਬੋਲਦੇ ਹਾਂ। ਸਭ ਤੋਂ ਪਹਿਲਾ ਫਾਰਮੂਲਾ ਹੈਗਾ 2 sin A cos B is equal to sin A plus B plus sin A minus B। फिर उस बाद चो 2 cos A sin B sin A plus B minus sin A minus B। ਹੁਣ आई अपने को थर्ड फॉर्मूला हैगा 2 cos A cos B cos A plus B प्लस cos A माइनस B। फिर आई अपने को फोर्थ फॉर्मूला गा 2 sin A sin B। हुण A हैगा cos A माइनस B माइनस cos A प्लस B। हुण ये तां सीगे A B फॉर्मूला। हुण अपने को आउंदे ने C D फॉर्मूला। ਹੁਣ ਦੇਖੋ CD ਫਾਰਮੂਲੇ ਵਿੱਚ ਕੀ ਹੈਗਾ, ਇਹਨਾਂ ਦੇ ਵਿੱਚ ਸਭ ਤੋਂ ਪਹਿਲਾ ਫਾਰਮੂਲਾ ਆਉਂਦਾਗਾ sin C plus sin D। ਇਹ ਹੈਗਾ 2 sin C plus D by 2 cos C minus D by 2। ਸੈਕੰਡ ਫਾਰਮੂਲਾ ਹੈਗਾ sin C minus sin D। ਹੁਣ ਇਹ ਆਊਗਾ 2 cos C plus D by 2 sin C minus D by 2। फिर थर्ड फॉर्मूला हैगा cos C plus cos D। ये हैगा 2 cos C plus D by 2 cos C minus D by 2। फिर अपने को फोर्थ फॉर्मूला cos C माइनस cos D। हाँ ये हैगा 2 sin C प्लस D by 2 sin D माइनस C by 2। ਜਿਹੜੇ ਇਹ ਫਾਰਮੂਲੇ ਨੇ ਇਹ ਆਪਾਂ ਕਿਵੇਂ ਧਿਆਨ ਚ ਰੱਖਣੇ ਨੇ, ਮੜੀ ਇੱਕ ਮੇਰੀ ਗੱਲ ਸੁਣ ਲਿਓ। ਆਪਾਂ ਗੱਲ ਕਰ ਰਹੇ ਹਾਂ 2 sin A cos B ਦੀ। ਹੁਣ ਦੇਖੋ ਜਦੋਂ ਆਪਣੇ ਕੋਲੇ sin ਤੇ cos ਇਕੱਠੇ ਆ ਜਾਂਦੇ ਨੇ ਤਾਂ ਉਦੋਂ ਫਾਰਮੂਲਾ ਬਣਦਾਗਾ ਦੋਨੋਂ ਸਾਈਨ ਦਾ। ਦੋਨੋਂ ਸਾਈਨ ਆਉਣਗੇ ਫਾਰਮੂਲੇ ਵਿੱਚ ਤੇ ਦੋਨੋਂ ਆਉਣਗੇ ਪਲੱਸ ਦੇ ਵਿੱਚ। ਤੇ ਆਈ ਆਪਣੇ ਕੋਲੇ ਜੇ cos ਅੱਗੇ sin ਪਿੱਛੇ ਆ ਜੇ ਤਾਂ ਆਪਣੇ ਕੋਲ ਆ ਜਾਊਗਾ sin, ਦੂਜੀ ਵਾਰ ਵੀ sin, ਪਰ ਇੱਥੇ ਲੱਗ ਜਾਊਗਾ ਮਾਈਨਸ। ਹੁਣ ਇਹੀ ਆਪਣੇ ਕੋਲ ਜਿਹੜੇ ਦੋਨੇ ਫਾਰਮੂਲੇ ਨੇ A B ਫਾਰਮੂਲੇ, ਇਹ ਆਪਣੇ ਕੋਲ ਰਿਵਰਸ ਹੋ ਰਹੇ ਨੇ ਗਾਹਾਂ C D ਫਾਰਮੂਲੇ ਵਿੱਚ ਜਾ ਕੇ। ਹੁਣ ਦੇਖੋ ਕਿਵੇਂ ਰਿਵਰਸ ਹੋ ਰਹੇ ਨੇ। ਇੱਥੇ ਆਪਣੇ ਕੋਲ sin A cos B ਸੀਗਾ, sin cos, ਤਾਂ ਉਦੋਂ ਆਪਣੇ ਕੋਲ ਇਹਨਾਂ ਦੇ ਵਿਚਕਾਰ ਆ ਰਿਹਾ ਸੀਗਾ ਪਲੱਸ। ਦੇਖੋ ਇਹਨਾਂ ਦੇ ਵਿਚਕਾਰ ਪਲੱਸ ਆ ਰਿਹਾ ਸੀ ਤੇ ਦੋਨੇ ਬਣ ਰਹੇ ਸੀਗੇ sin, ਤੇ ਦੋਨੇ ਆਪਣੇ ਕੋਲ sin ਬਣ ਰਹੇ ਨੇ। ਆਈ ਆਪਣੇ ਕੋਲ ਨੈਕਸਟ ਫਾਰਮੂਲਾ ਕੀ ਸੀਗਾ, ਦੇਖੋ cos ਅੱਗੇ sin ਪਿੱਛੇ, cos ਅੱਗੇ sin ਪਿੱਛੇ, ਤੇ ਦੋਨੋਂ ਸਾਈਨ ਬਣ ਰਹੇ ਸੀਗੇ ਤੇ ਵਿਚਕਾਰ ਮਾਈਨਸ ਦਾ ਸਾਈਨ। ਦੋਨੋਂ ਸਾਈਨ ਬਣ ਰਹੇ ਸੀਗੇ, ਵਿਚਕਾਰ ਮਾਈਨਸ ਆ ਗਿਆ। ਹੁਣ ਆਈ ਆਪਣੇ ਕੋਲੇ ਨੈਕਸਟ ਜਿਹੜਾ ਫਾਰਮੂਲਾ ਉਹ ਦੇਖੋ, ਦੋਨੇ cos ਨੇ ਤੇ ਇੱਧਰ ਵੀ ਦੋਨੇ cos ਬਣ ਗਏ, ਵਿਚਕਾਰ ਪਲੱਸ ਆ ਗਿਆ। ਹੁਣ ਦੇਖੀਏ ਇੱਧਰ ਦੋਨੋਂ cos ਨੇ, ਇੱਧਰ ਵੀ ਦੋਨੇ cos ਨੇ, ਵਿਚਕਾਰ ਆ ਗਿਆ ਪਲੱਸ। ਫਿਰ ਆਈ ਆਪਣੇ ਕੋਲੇ ਦੋਨੋਂ ਸਾਈਨ ਨੇ, ਦੋਨੋਂ cos ਬਣ ਗਏ, ਵਿਚਕਾਰ ਮਾਈਨਸ। ਦੋਨੋਂ ਸਾਈਨ ਨੇ, ਦੋਨੋਂ cos ਬਣ ਗਏ, ਵਿਚਕਾਰ ਮਾਈਨਸ। ਜੇ ਇੱਕ ਚੀਜ਼ ਦਾ ਤੁਸੀਂ ਨੋਟ ਕਰੋਗੇ ਤਾਂ ਇੱਥੇ A ਮਾਈਨਸ B ਦੇਖੋ ਅੱਗੇ ਆ ਗਿਆ, ਬਾਕੀ ਸਾਰੀਆਂ ਜਗ੍ਹਾ ਤੇ ਇੱਥੇ ਅੱਗੇ A ਪਲੱਸ B ਸੀਗਾ। ਤੇ ਆਈ ਆਪਣੇ ਕੋਲੇ ਇੱਧਰ ਦੇਖੋ ਬਾਕੀ ਸਾਰੀਆਂ ਜਗ੍ਹਾ ਤੇ C ਮਾਈਨਸ D ਸੀਗਾ, ਪਰ ਇੱਥੇ ਆਪਣੇ ਕੋਲੇ D ਮਾਈਨਸ C ਆ ਗਿਆ।
ਤਾਂ ਇਹ ਚੀਜ਼ ਦਾ ਆਪਾਂ ਧਿਆਨ ਰੱਖਣਾ ਹੁੰਦਾ ਗਾ। ਤੇ ਇਹੀ ਆਪਣੇ ਕੋਲ ਏ ਬੀ ਤੇ ਸੀ ਡੀ ਫਾਰਮੂਲੇ ਨੇ। ਜੇ ਕਿਸੇ ਨੂੰ ਲੱਗਦਾਗਾ ਇਹ ਵੀਡੀਓ ਦੇ ਵਿੱਚ ਵੀ ਇਹ ਫਾਰਮੂਲੇ ਦਾ ਮੈਂ ਪ੍ਰੂਫ ਕਰਾਵਾਂ ਤਾਂ ਮੈਨੂੰ ਕਮੈਂਟ ਦੇ ਵਿੱਚ ਦੱਸ ਦਿਓ, ਮੈਂ ਉਹ ਫਾਰਮੂਲੇ ਦਾ ਪ੍ਰੂਫ ਕਰਵਾ ਦੂੰਗਾ ਤੁਹਾਨੂੰ। ਹੁਣ ਆਪਾਂ ਕੁਝ ਐਗਜ਼ਾਮਪਲ ਸੋਲਵ ਕਰਦੇ ਹਾਂ, ਉਹ ਦੇਖਦੇ ਕਿਵੇਂ ਹੋਣਗੇ। ਹਾਂਜੀ, ਹੁਣ ਮੰਨ ਲਓ ਆਪਾਂ ਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਆਇਆ ਜਿਹਦੇ ਵਿੱਚ ਲਿਖਿਆ ਹੋਇਆ cos 4x cos 3x cos 2x ਡਿਵਾਈਡ ਬਾਈ cos 4x ਪਲੱਸ ਸੌਰੀ ਜਿਹਦੇ ਵਿੱਚ ਲਿਖਿਆ ਡਿਵਾਈਡ ਬਾਈ sin 4x sin 3x sin 2x ਇਜ਼ ਇਕੁਅਲ ਟੂ cot 3x। ਤਾਂ ਹੁਣ ਆਪਾਂ ਕਰਾਂਗੇ ਕੀ, ਦੇਖੋ ਜਦੋਂ ਇਹੋ ਜਿਹੇ ਕੁਐਸਚਨ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਤੁਸੀਂ ਲੈਫਟ ਹੈਂਡ ਸਾਈਡ ਨੂੰ ਸੋਲਵ ਕਰਨਾ। ਲੈਫਟ ਹੈਂਡ ਸਾਈਡ ਨੂੰ ਪਹਿਲਾਂ ਆਪਾਂ ਲਿਖ ਲਈਏ cos 4x plus cos 3x plus cos 2x divided by sin 4x plus sin 3x plus sin 2x। देखो आ चीज ਆਪਾਂ ਲਿਖ ਚੁੱਕੇ ਹਾਂ। ਹੁਣ ਇਹਨੂੰ ਆਪਾਂ ਅੱਗੇ ਸੋਲਵ ਕਰਨਾ। ਦੇਖੋ ਇਹਨੂੰ ਸੋਲਵ ਕਰਨ ਦਾ ਮੈਥਡ ਕੀ ਹੈਗਾ, ਸਭ ਤੋਂ ਪਹਿਲੀ ਗੱਲ ਮੈਨੂੰ ਦੇਖਣਾ ਪਊਗਾ ਵੀ ਮੈਂ ਇਹਨਾਂ ਦੋਨਾਂ ਤੋਂ ਕੁਛ ਨਾ ਕੁਛ ਬਣਾ ਸਕਦਾ ਜਾਂ ਨਹੀਂ ਬਣਾ ਸਕਦਾ। ਮੀਨਸ ਮੇਰੇ ਕੋਲ ਹੈਗਾ ਇੱਥੇ 4x ਨੂੰ ਜੇ ਮੈਂ 3x ਨਾਲ ਪਲੱਸ ਕਰੂੰਗਾ ਤਾਂ 7x ਬਣਿਆ, ਜੇ ਮੈਂ 4x ਨੂੰ 3x ਨਾਲ ਮਾਈਨਸ ਕਰੂੰਗਾ ਤਾਂ ਇਕੱਲਾ x ਬਣਿਆ। ਪਰ ਮੈਨੂੰ ਤਾਂ ਚਾਹੀਦਾ ਹੈਗਾ 2x, ਤਾਂ 2x ਤਾਂ ਇਸ ਤਰ੍ਹਾਂ ਨਾਲ ਬਣ ਨਹੀਂ ਰਿਹਾ। ਹੁਣ ਮੈਂ ਕੀ ਕਰੂੰਗਾ, ਮੈਂ ਇੱਥੇ ਆਪਣੇ ਕੋਲੇ 4x ਨੂੰ 2x ਨਾਲ ਕੰਬਾਈਨ ਕਰਕੇ ਦੇਖੂੰਗਾ ਤਾਂ ਮੇਰੇ ਕੋਲੇ 6x ਬਣਿਆ। ਇੱਕ ਵਾਰੀ ਮੈਂ 4x ਨੂੰ 2x ਨਾਲ ਮਾਈਨਸ ਕਰਕੇ ਦੇਖੂੰਗਾ ਤਾਂ 2x ਬਣਿਆ। ਹੁਣ ਦੇਖੋ ਮੈਨੂੰ ਪਤਾ ਹੈਗਾ CD ਫਾਰਮੂਲੇ ਲੱਗਣਗੇ ਤਾਂ ਡਿਵਾਈਡ ਬਾਈ 2 ਵੀ ਹੋਊਗਾ, ਤਾਂ ਇੱਥੇ ਬਣ ਜਾਊਗਾ ਮੇਰੇ ਕੋਲੇ 3x। ਤਾਂ ਮੀਨਸ ਕੀ ਹੈਗਾ, ਜੇ ਮੈਂ 4x ਨੂੰ 2x ਦੇ ਨਾਲ ਕੰਬਾਈਨ ਕਰਦਾ ਤਾਂ ਇਹਨਾਂ ਦੋਨਾਂ ਤੇ ਇਕੱਠਾ ਤੇ ਫਾਰਮੂਲਾ ਲਗਾਵਾਂ ਤਾਂ ਮੇਰੇ ਕੋਲ ਮੇਰਾ ਆਨਸਰ ਆ ਜਾਊ। ਮੀਨ cos 4x plus cos 2x plus cos 3x divided by sin 4x plus sin 2x plus sin 3x। ਤਾਂ ਹੁਣ ਦੇਖੋ ਹੋਇਆ ਕੀ ਹੈਗਾ, ਹੁਣ ਮੈਂ ਕੀ ਕੀਤਾ, ਮੈਂ ਇਹਨਾਂ ਦੋਨਾਂ ਤੇ ਕੰਬਾਈਨਡ ਫਾਰਮੂਲਾ ਲਗਾਤਾ। ਆਈ ਮੈਂ ਨਿਚਲੇ ਪਾਸੇ ਇਹਨਾਂ ਦੋਨਾਂ ਤੇ ਕੰਬਾਈਨਡ ਫਾਰਮੂਲਾ ਲਗਾਤਾ। ਤਾਂ ਇੱਥੇ ਧਿਆਨ ਨਾਲ ਆਪਾਂ ਫਾਰਮੂਲਾ ਦੇਖੀਏ ਕਿਹੜਾ ਲੱਗੂਗਾ। cos plus cos ਦਾ ਫਾਰਮੂਲਾ ਮੇਰੇ ਕੋਲੇ ਆ ਪਿਆਗਾ। CD ਫਾਰਮੂਲੇ ਦੇ ਵਿੱਚੋਂ ਥਰਡ ਫਾਰਮੂਲਾ ਲੱਗੂਗਾ ਜਿਹ 'ਚ ਹੈਗਾ ਮੇਰੇ ਕੋਲੇ 2 cos c plus d by 2। ਸਭ ਤੋਂ ਪਹਿਲਾਂ ਆਪਾਂ ਉਤਾਰ ਲਈਏ cos c plus d by 2 ਮੀਨ 4x plus 2x divide by 2। ਉਸ ਤੋਂ ਬਾਅਦ ਕੀ ਕਹਿ ਰਹੇ ਨੇ cos c minus d ਮੀਨ cos c minus d divide by 2। ਉਹਦੇ ਨਾਲ ਹੀ ਆਪਣੇ ਕੋਲੇ ਜਿਹੜਾ ਪਿਆਗਾ ਪਲੱਸ ਦੇ ਵਿੱਚ cos ਦਾ 3x ਪਿਆ, ਉਹਨੂੰ ਆਪਾਂ ਐਂ ਰੱਖ ਲਿਆ। ਫਿਰ ਉਸ ਤੋਂ ਬਾਅਦ sin plus sin, ਹੁਣ sin plus sin ਦਾ ਫਾਰਮੂਲਾ ਆਪਣੇ ਕੋਲ ਫਸਟ ਫਾਰਮੂਲਾ ਪਿਆ CD ਦੇ ਵਿੱਚ। ਹੁਣ ਇਹ ਫਾਰਮੂਲਾ ਵੀ ਅਪਲਾਈ ਕਰ ਦਈਏ ਤਾਂ ਇਹ ਕੀ ਹੋ ਜਾਊਗਾ 2 sin c plus d divide by 2। ਉਸ ਤੋਂ ਬਾਅਦ ਫਿਰ cos c minus d divide by 2 ਪਲੱਸ ਜਿਹੜਾ ਆਪਣੇ ਕੋਲ ਇੱਥੇ ਅੱਗੇ sin 3x ਪਿਆ ਉਹ ਆਪਾਂ ਐਂ ਰੱਖ ਲਿਆ। ਹੁਣ ਆਪਾਂ ਇਹਨਾਂ ਨੂੰ ਕਰਦੇ ਹਾਂ ਸਿੰਪਲੀਫਾਈ ਕਰਨ ਲੱਗੇ ਕੀ ਹੋ ਜਾਊਗਾ, ਧਿਆਨ ਨਾਲ ਦੇਖੋ ਇੱਥੇ ਆ ਗਿਆ 2 ਐਜ਼ ਇਟ ਐਂ ਰੱਖ ਲਿਆ। ਫਿਰ ਉਸ ਤੋਂ ਬਾਅਦ cos 4 plus 2 ਹੋ ਗਿਆ 6x divided by 2 ਬਣ ਜਾਊਗਾ 3x। ਅੱਗੇ ਐਂ cos ਦਾ 4x minus 2x ਬਣ ਗਿਆ 2x divided by 2 ਬਣ ਗਿਆ ਆਪਣੇ ਕੋਲ ਇਕੱਲਾ x। ਤਾਂ ਇਹ ਸਾਰੀ ਚੀਜ਼ ਮੈਂ ਐਂ ਰੱਖ ਲਈ।
आई नीचे ਆਪਾਂ ਕਰਕੇ ਦੇਖੀਏ, नीचे अपने को बन जूगा sin 3x cos 2x सॉरी cos x प्लस sin 3x। देखो ਇੱਥੇ ਤੱਕ ਆਪਣੇ ਕੋਲ ਜੋ ਬਣ ਗਿਆ ਉਹਨੇ ਆਲਮੋਸਟ ਆਨਸਰ ਦੀ ਸਟਰਕਚਰ ਬਣਾਤੀ। ਹੁਣ ਆਪਾਂ ਦੇਖਦੇ ਹਾਂ ਆਨਸਰ ਕੀ ਆਊਗਾ। देखो नेक्स्ट की होया, मेरे को cos 3x उपरली साइड तो कॉमन निकल रहा, निचली साइड चो sin 3x कॉमन निकल रहा है। तो आप इन्हू अगे सॉल्व करके देखते हैं। इक्वल टू cos 3x ब्रैकेट दे विच आ गया 2 cos x प्लस 1 डिवाइड बाय इत्थे कॉमन निकलिया sin 3x 2 cos x प्लस 1 इत्थे तां बचा क्योंकि देखो कला sin 3x सीगा, sin 3x ही आपां कढ लिया कॉमन ते अपने कोल इत्थे आ गया 1। हुण जे तुसीं ध्यान दो तां तुहाडे कोले जिहड़ा 2 cos x प्लस 1 2 cos x प्लस 1 ਉਹ सेम आ रहे ने, सेम आके ਇਹ कट जूगा ते जिहड़ा अपने कोल बचूगा ਉਹ बचिया cos 3x डिवाइड बाय sin 3x। ਤਾਂ ਇਹ ਬਚ ਜੂਗਾ cos ਬਾਈ sin cot 3x ਜਿਹੜਾ ਕਿ ਆਪਣੇ ਕੋਲੇ ਰਾਈਟ ਹੈਂਡ ਸਾਈਡ ਦੇ ਇਕੁਅਲ ਆ ਰਿਹਾ। ਇਸ ਲਈ ਆਪਾਂ ਕਹਿ ਸਕਦੇ ਹਾਂ ਜਿਹੜਾ ਲੈਫਟ ਹੈਂਡ ਸਾਈਡ ਹੈਗਾ ਉਹ ਰਾਈਟ ਹੈਂਡ ਸਾਈਡ ਦੇ ਇਕੁਅਲ ਹੋ। ਹਾਂਜੀ ਹੁਣ ਦੇਖੋ ਆਪਾਂ ਇਸ ਵਾਲੇ ਸਮ ਨੂੰ ਸੋਲਵ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਸਟੇਟਮੈਂਟ ਆ sin ਥੀਟਾ ਪਲੱਸ sin 3 ਥੀਟਾ ਪਲੱਸ sin 5 ਥੀਟਾ ਪਲੱਸ sin 7 ਥੀਟਾ। ਇਹ ਆਪਾਂ ਇਕੁਅਲ ਕਰਨਾ 4 cos ਥੀਟਾ cos 2 थीटा sin 4 थीटा। ਤਾਂ ਹੁਣ ਇਹ ਆਪਣੇ ਕੋਲੇ ਕਿਸ ਹਿਸਾਬ ਨਾਲ ਪ੍ਰੂਵ ਕਰ ਸਕਦੇ ਆ। ਹੁਣ ਉਹ ਦਿਮਾਗ 'ਚ ਪਹਿਲਾਂ ਤਾਂ ਆਪਾਂ ਸਟਰਕਚਰ ਬਣਾਈਏ ਉਹਦਾ। ਹੁਣ ਸਟਰਕਚਰ ਦੇ ਅਕੋਰਡਿੰਗ ਮੈਨੂੰ ਐ ਲੱਗ ਰਿਹਾ ਵੀ ਜੇ ਮੈਂ ਇਹਨਾਂ ਦੋਨਾਂ ਨੂੰ ਅਲੱਗ ਤੇ ਇਹਨਾਂ ਦੋਨਾਂ ਨੂੰ ਅਲੱਗ ਸੋਲਵ ਕਰ ਲਾਂ ਤਾਂ ਹੋ ਸਕਦਾ ਮੇਰਾ ਸਮ ਪ੍ਰੂਵ ਹੋ ਜੇ। ਚਲੋ ਆਪਾਂ ਟਰਾਈ ਕਰਦੇ ਆ, ਨਹੀਂ ਹੋਇਆ ਆਪਾਂ ਦੁਬਾਰਾ ਚੈੱਕ ਕਰਾਂਗੇ ਫਿਰ ਆਪਣੀ ਗਲਤੀ ਕਿੱਥੇ ਸੀਗੀ। ਚਲੋ ਪਹਿਲਾਂ ਦੇਖੀਏ ਲੈਫਟ ਹੈਂਡ ਸਾਈਡ sin ਥੀਟਾ प्लस sin 3 थीटा प्लस sin 5 थीटा प्लस sin 7 थीटा। ਤਾਂ ਹੁਣ ਦੇਖੋ ਅੱਗੇ ਕੀ ਹੋਇਆ। ਹੁਣ ਇੱਥੇ ਆਪਣੇ ਕੋਲੇ sin ਪਲੱਸ sin ਵਾਲਾ ਇੱਕ ਫਾਰਮੂਲਾ ਲੱਗਣਾਗਾ। ਜੇ ਤੁਹਾਨੂੰ ਧਿਆਨ 'ਚ ਹੋਵੇ ਤਾਂ ਆਪਾਂ ਇੱਕ CD ਫਾਰਮੂਲੇ ਲਗਵਾਏ ਸੀ। ਤਾਂ CD ਫਾਰਮੂਲੇ ਦੇ ਵਿੱਚ ਕੀ ਹੈਗਾ ਤਾਂ ਇਹ ਫਾਰਮੂਲਾ ਕਿਵੇਂ ਅਪਲਾਈ ਹੋਊਗਾ 2 sin ਪਹਿਲਾਂ ਤਾਂ ਆਪਣੇ ਕੋਲੇ ਜਿਹੜੇ ਦੋਨੋਂ ਥੀਟਾ ਨੇ ਉਹਨਾਂ ਦਾ ਪਲੱਸ ਡਿਵਾਈਡ ਬਾਈ 2, ਦੂਸਰੀ ਵਾਰੀ ਕੀ ਹੋ ਜਾਊਗਾ cos ਦੋਨੋਂ ਥੀਟਾ ਮਾਈਨਸ ਡਿਵਾਈਡ ਬਾਈ 2। ਆ ਚੀਜ਼ ਬਣੀ। ਇਹ ਤਾਂ ਸੀਗੀ ਆਪਣੇ ਕੋਲ ਇੱਕ ਬ੍ਰੈਕਟ ਪਲੱਸ ਆਈ ਦੂਸਰੀ ਬ੍ਰੈਕਟ। ਹੁਣ ਉਹਦੇ ਵਿੱਚ ਵੀ ਸੇਮ ਟੂ ਸੇਮ ਫਾਰਮੂਲਾ ਅਪਲਾਈ ਹੋ ਗਿਆ। ਪਹਿਲਾਂ ਤਾਂ 2 sin ਜਿਹੜੇ ਦੋਨੋਂ ਥੀਟਾ ਨੇ ਦੋਨੋਂ ਥੀਟਾ ਪਲੱਸ ਡਿਵਾਈਡ ਬਾਈ 2, ਫਿਰ cos ਦੋਨੋਂ ਥੀਟਾ ਨੇ ਉਹ ਮਾਈਨਸ ਡਿਵਾਈਡ ਬਾਈ 2। ਤਾਂ ਇਹ ਆਪਣੇ ਕੋਲੇ ਦੋਨੋਂ ਬ੍ਰੈਕਟ ਬਣ ਚੁੱਕੀਆਂ ਨੇ। ਹੁਣ ਆਪਾਂ ਇਹਨੂੰ ਅੱਗੇ ਸੋਲਵ ਕਰਨ ਦੀ ਸੋਚਦੇ ਹਾਂ ਵੀ ਕੀ ਹੋਊ। ਫਿਰ ਆਪਣੇ ਕੋਲ ਦੇਖੋ ਥੀਟਾ ਪਲੱਸ 3 ਥੀਟਾ 4 ਥੀਟਾ 4 ਡਿਵਾਈਡ ਬਾਈ 2 2 ਥੀਟਾ ਹੋ ਗਿਆ। ਆਈ ਆਪਣੇ ਕੋਲ ਇਧਰ -2 ਥੀਟਾ ਡਿਵਾਈਡ ਬਾਈ 2 ਇਹ ਹੋ ਗਿਆ ਆਪਣੇ ਕੋਲੇ ਮਾਈਨਸ ਥੀਟਾ प्लस 2 sin 5 plus 7 12 divided by 2 6 theta cos फिर यह बन गया माइनस थीटा। ਜਿਹੜੀ ਚੀਜ਼ ਕਾਮਨ ਹੈਗੀ ਪਹਿਲਾਂ ਤਾਂ ਆਪਾਂ ਕਾਮਨ ਕੱਢ ਲਈਏ। ਇੱਕ ਤਾਂ ਦੇਖੋ ਦੋਨਾਂ ਦੇ ਵਿੱਚ 2 ਪਿਆਗਾ, ਇੱਕ ਦੋਨਾਂ ਦੇ ਵਿੱਚ cos ਮਾਈਨਸ ਥੀਟਾ ਪਿਆਗਾ, ਤਾਂ ਇਹ ਚੀਜ਼ਾਂ ਮੈਂ ਕੱਢ ਲਈਆਂ ਕਾਮਨ। बचा की है sin 2 थीटा प्लस sin 6 थीटा। देखो आ चीज़ का पता लग गया। फिर उस बाद एक शायद थोड़ा प्रॉपर्टी का पता हो भी जेड़ा अपने कोले cos माइनस थीटा वो प्लस cos थीटा के इक्वल, जेड़ा sin माइनस थीटा होंदागा वो माइनस sin थीटा के इक्वल। तो ये जे किसी ने पूछनागा क्यों आगा तो वो मैंने कमेंट के दस दिओ, नहीं फिर ये प्रॉपर्टी थानू याद रखनी पऊगी। जे तुसीं मैंने कमेंट दस दोगे तो मैं थानू डिटेल दे एक्सप्लेन कर दूँगा। ठीक है, हुण आपां सीधी प्रॉपर्टी यूज़ करते हैं। सीधी प्रॉपर्टी की यूज़ हुई 2 cos थीटा
ਉਸ ਤੋਂ ਬਾਅਦ sin c plus sin d ਦਾ ਫਾਰਮੂਲਾ ਫਿਰ ਅਪਲਾਈ ਕਰੀਏ, ਸੇਮ ਟੂ ਸੇਮ ਫਾਰਮੂਲਾ ਅਪਲਾਈ ਹੋ ਗਿਆ ਤਾਂ ਕੀ ਬਣੂਗਾ ਇਹ 2 sin दोनों थीटे प्लस डिवाइड बाय 2, फिर cos दोनों थीटा माइनस डिवाइड बाय 2। उस तो बाद अपने को देखो की हो जाएगा 2 cos थीटा 2 sin 2 plus 6 8 8 डिवाइड बाय 2 4 थीटा। फिर अपने को cos का की बनया cos इत्थे -4 डिवाइड बाय 2 ਤਾਂ -2 थीटा हो गया। ਤਾਂ ਆ ਚੀਜ਼ ਬਣੀ। ਹੁਣ ਇਹਨੂੰ ਆਪਾਂ ਅੱਗੇ ਸੋਲਵ ਕਰਦੇ ਆਂ। ਦੇਖੋ ਪਹਿਲਾਂ ਤਾਂ 2 ਦੀ 2 ਨਾਲ ਮਲਟੀਪਲਾਈ 4 ਹੋ ਚੁੱਕਿਆ। ਫਿਰ ਉਸ ਤੋਂ ਬਾਅਦ ਚ ਆਪਣੇ ਕੋਲੇ cos थीटा, ਫਿਰ ਆਪਣੇ ਕੋਲ ਇੱਥੇ ਆ ਗਿਆ sin 4 थीटा। ਫਿਰ ਆਪਣੇ ਕੋਲ ਦੇਖੋ cos ਦੀ ਸੇਮ ਪ੍ਰੋਪਰਟੀ ਲੱਗੀ ਜਿਹੜੀ ਤੁਹਾਨੂੰ ਇੱਥੇ ਦੱਸੀ ਸੀਗੀ ਮੈਂ, ਤੇ ਉਹੀ ਪ੍ਰੋਪਰਟੀ ਇੱਥੇ ਅਪਲਾਈ ਕਰਕੇ ਇਹ ਕੀ ਬਣ ਗਿਆ cos 2 थीटा। ਹੁਣ ਇਹਨੂੰ ਸੇਮ ਟੂ ਸੇਮ ਸਟਰਕਚਰ ਦੇ ਦੀ ਆਪਾਂ ਆਨਸਰ ਵਾਲੀ 4 cos थीटा cos 2 थीटा sin 4 थीटा। ਤਾਂ ਇਹ ਸਾਰਾ ਕੁਝ ਆਪਣੇ ਕੋਲੇ ਰਾਈਟ ਹੈਂਡ ਸਾਈਡ ਦੇ ਇਕੁਅਲ ਆ ਗਿਆ। ਤਾਂ ਇਸ ਲਈ ਆਪਾਂ ਕਹਿ ਸਕਦੇ ਹਾਂ ਲੈਫਟ ਹੈਂਡ ਸਾਈਡ ਇਜ਼ ਇਕੁਅਲ ਟੂ ਰਾਈਟ ਹੈਂਡ ਸਾਈਡ। ਤਾਂ ਇਹ ਆਪਣਾ ਸਮ ਵੀ ਪ੍ਰੂਵ ਹੋ ਚੁੱਕਿਆ। ਹਾਂਜੀ ਹੁਣ ਆਪਾਂ ਆਹ ਸਮ ਸੋਲਵ ਕਰਦੇ ਹਾਂ ਜਿਹ ਚ ਲਿਖਿਆ ਹੋਇਆ sin 10 sin 50 sin 70 ਤਿੰਨਾਂ ਦੀ ਮਲਟੀਪਲਾਈ ਇਹ 1/8 ਦੇ ਇਕੁਅਲ ਆ ਰਿਹਾ ਹੈਗਾ। ਚਲੋ ਆਪਾਂ ਇਹਨੂੰ ਟਰਾਈ ਕਰਨ ਦੀ ਦੇਖਦੇ ਆ ਵੀ ਕਿਵੇਂ ਹੋਊਗਾ ਸਮ ਇਹ। ਸਭ ਤੋਂ ਪਹਿਲਾਂ ਲੈਫਟ ਹੈਂਡ ਸਾਈਡ ਦੇ ਵਿੱਚ ਹੁਣ ਕੀ ਹੋ ਗਿਆ ਵੀ ਜਿਹੜਾ ਆਪਣੇ ਕੋਲੇ sin 10 sin 50 sin 70 ਆ, ਦੇਖੋ ਇਹਨਾਂ ਦੇ ਉੱਪਰ ਆਪਣੇ ਕੋਲੇ ਕੋਈ ਵੀ ਫਾਰਮੂਲਾ ਸਿੱਧਾ ਅਪਲਾਈ ਨਹੀਂ ਹੋ ਰਿਹਾ। ਮੈਨੂੰ ਪਤਾ ਮੈਨੂੰ ਇੱਥੇ 2 ਚਾਹੀਦਾ ਸੀਗਾ ਤਾਂ ਮੈਂ 2 ਲਗਾ ਲਿਆ ਆਪਦੇ ਕੋਲੋਂ। ਹੁਣ ਕੋਈ ਵੀ ਚੀਜ਼ ਹਵਾ 'ਚ ਤਾਂ ਆਉਂਦੀ ਨਹੀਂ ਹੈਗੀ, ਜੇ ਮੈਂ ਇੱਥੇ 2 ਮਲਟੀਪਲਾਈ ਕੀਤਾ ਤਾਂ 2 ਨਾਲ ਡਿਵਾਈਡ ਵੀ ਕਰਨੀ ਪਊਗੀ। ਹੁਣ ਉਸ ਤੋਂ ਬਾਅਦ ਹੋਇਆ ਕੀ ਹੈਗਾ ਵੀ ਮੈਂ ਇਹਨਾਂ ਦੇ ਉੱਪਰ a b ਫਾਰਮੂਲਾ ਅਪਲਾਈ ਕਰਦਾ, ਮੀਨਸ ਮੇਰੇ ਕੋਲੇ ਕੀ ਬਣ ਜਾਊਗਾ ਇਹ 2 sin a sin b। 2 sin a sin b ਦਾ ਫਾਰਮੂਲਾ ਦੇਖੋ ਆਪਣੇ ਕੋਲ 4th ਫਾਰਮੂਲਾ ਲਿਖਾਇਆ ਸੀ ਮੈਂ, ਉਹਦੇ ਵਿੱਚ ਕੀ ਹੈਗਾ cos a minus b minus cos a plus b। देखो एक तो अपने को आह चीज अप्लाई होगी sin 70 ਆਪਾਂ ਬ੍ਰੈਕਟ ਤੋਂ ਬਾਹਰ ਰੱਖ ਲਈਏ ਕਿਉਂਕਿ ਇਹਦਾ ਇੱਥੇ ਕੋਈ ਕੰਮ ਨਹੀਂ ਹੈਗਾ। ਹੁਣ ਉਸ ਤੋਂ ਬਾਅਦ ਕੀ ਹੋਇਆ ਮੈਂ ਸਿੰਪਲੀਫਾਈ ਕਰਨ ਜਾ ਰਿਹਾ ਇਹ ਸਮ ਨੂੰ। ਇਹ ਬਣ ਗਿਆ cos -40, ਇਹ ਬਣ ਗਿਆ cos 60, ਬਾਹਰ ਰਹਿ ਗਿਆ sin 70। ਉਸ ਤੋਂ ਬਾਅਦ ਕੀ ਹੋਇਆ ਸੇਮ ਟੂ ਸੇਮ ਪ੍ਰੋਪਰਟੀ ਜਿਹੜੀ ਆਪਾਂ ਪਿਛਲੇ ਸਮ ਚ ਕੀਤੀ ਆ ਵੀ ਜਿਹੜਾ cos ਮਾਈਨਸ ਦਾ ਥੀਟਾ ਹੁੰਦਾਗਾ ਮਾਈਨਸ ਦੇ ਥੀਟੇ ਨੂੰ ਆਪਾਂ cos ਚ ਪਲੱਸ ਲਿਖ ਸਕਦੇ ਹੁੰਦੇ। ਤਾਂ ਇਹ cos 40 ਮਾਈਨਸ cos 60 ਦੀ ਵੈਲਿਊ ਦੇਖਣੀ ਹੈਗੀ ਆਪਾਂ। cos 60 ਦੀ ਵੈਲਿਊ sin 30 ਦੇ ਨਾਲ ਸੇਮ ਹੋਊਗੀ। sin 30 ਦੀ ਜਿਹੜੀ ਵੈਲਿਊ ਹੁੰਦੀ ਆ ਉਹ ਹੁੰਦੀ ਆ 1/2। ਤਾਂ ਦੇਖੋ ਇੱਥੇ ਤੱਕ ਆਪਣੀ ਗੱਲ ਕਲੀਅਰ ਹੋ ਗਈ। फिर आप की करिए आप ब्रैकेट खोल दिए एक 1/2 ਨੂੰ अंदर मल्टीप्लाई करना ते sin 70 ਨੂੰ भी अंदर मल्टीप्लाई करना तो मेरे को बन जूगा 1/2 cos 40 sin 70। आई दूसरी साइड भी मल्टीप्लाई करना दोनों तो ये बन जूगा मेरे को -1/4 sin 70। देखो इत्थे तक अपना सम ट्राई हो गया। हुण आपां उस तों बाद ट्राई करते हैं। उस तो बाद की होगा सेम टू सेम ओही गल 2 नाल मल्टीप्लाई 2 नाल डिवाइड 2 नाल मल्टीप्लाई ते 2 नाल डिवाइड करके मेरे को बाहर इधर बन गया 1/4। फिर उस तो बाद जो अंदर सीगा वो cos a sin b ਦਾ ਫਾਰਮੂਲਾ ਲੱਗਿਆ। देखो ये अपने को सैकंड ਫਾਰਮੂਲਾ ਅਪਲਾਈ ਹੋ ਗਿਆ ਇੱਥੇ। ਇਹ ਆ ਜਾਊਗਾ sin ਪਹਿਲਾਂ ਦੋਨਾਂ ਦਾ ਪਲੱਸ ਹੋ ਜਾਊਗਾ 40 plus 70। फिर उस तो बाद चो माइनस sin दोनों का हो जाऊगा माइनस, तो आ चीज बन गई। फिर उस तो बाद -1/4 sin 70। हुण देखो अगे आपां की करिए, आपां सिंपलीफाई कर दिए इन्हां नूं ते आ बन गया
साइन 110 माइनस साइन ये बन गया -30 ਤੇ ਬਾਹਰੀ ਬ੍ਰੈਕਟ ਦੇ ਵਿੱਚ ਜਿਹੜਾ ਪਿਆ ਸੀਗਾ ਉਹ ਆਪਣੇ ਕੋਲੇ 1/4 sin 70 ਆ ਗਿਆ। ਫਿਰ ਉਸ ਤੋਂ ਬਾਅਦ sin 110 ਦਾ 70 ਨਾਲ ਆਪਾਂ ਕੋਈ ਰਿਲੇਸ਼ਨ ਬਣਾ ਕੇ ਦੇਖਣਾ ਤਾਂ ਦੇਖੋ ਮੇਰੇ ਅਕੋਰਡਿੰਗ ਜੇ ਮੈਂ ਇਹਨੂੰ ਇਸ ਢੰਗ ਨਾਲ ਅਪਲਾਈ ਕਰਦਾ 180 70 ਦੇਖੋ ਜਦੋਂ 180 ਜੋ 70 ਮਾਈਨਸ ਕਰੂੰਗਾ ਆਊਗਾ ਤਾਂ 110 ਜਿਹੜਾ 110 ਆਗਾ ਬਸ ਤੁਸੀਂ ਐ ਸਮਝ ਲਓ ਇਹਨੂੰ ਤੋੜ ਕੇ ਲਿਖ ਲੈਣਾ ਤੇ ਇੱਥੇ ਉਹੀ ਸੇਮ ਟੂ ਸੇਮ ਸਾਈਨ ਦਾ ਰਿਲੇਸ਼ਨ ਦੇਖੋ ਸਾਈਨ ਦੇ ਵਿੱਚ ਮਾਈਨਸ ਥੀਟਾ ਪਿਆ ਤਾਂ ਉਹ ਮਾਈਨਸ ਬਾਹਰੇ ਆ ਗਿਆ ਬਾਹਰੇ ਮਾਈਨਸ ਦੇ ਨਾਲ ਸਾਈਨ ਵਾਲਾ ਮਾਈਨਸ ਆਪਣੇ ਕੋਲੇ ਮਾਈਨਸ ਮਾਈਨਸ ਹੋ ਜਾਊਗਾ ਪਲੱਸ ਦੇਖੋ ਇੱਥੇ ਤੱਕ ਆਪਣਾ ਸਮ ਹੋ ਗਿਆ 1/4 ਨੂੰ ਵੀ ਆਪਾਂ ਅੰਦਰ ਲੈ ਜਾਈਏ ਐਵੇਂ ਕਿ ਉਹਨੂੰ ਇਕੱਲੇ ਨੂੰ ਬਾਹਰ ਹੀ ਰੱਖਿਆ ਤਾਂ 1/4 ਦੀ ਸਾਈਨ ਨਾਲ ਹੋਗੀ ਮਲਟੀਪਲਾਈ ਕਿਉਂਕਿ ਮੈਨੂੰ ਪਤਾ ਸੀਗਾ 180 ਤੇ ਮੇਰੇ ਕੋਲ ਸਾਈਨ ਦਾ ਕੋਈ ਵੀ ਥੀਟਾ ਕੋਈ ਵੀ ਐਂਗਲ ਚੇਂਜ ਨਹੀਂ ਹੁੰਦਾ ਮੀਨਸ ਕੋਈ ਵੀ ਟ੍ਰਿਗਨੋਮੈਟ੍ਰਿਕ ਫੰਕਸ਼ਨ ਚੇਂਜ ਨਹੀਂ ਹੁੰਦਾ ਤਾਂ ਇੱਥੇ ਸਾਈਨ ਦਾ ਸਾਈਨ ਰਹਿ ਗਿਆ ਤੇ 180 70 ਇਹ ਆ ਗਿਆ ਆਪਣੇ ਕੋਲੇ ਸੈਕੰਡ ਕੁਆਡਰੈਂਟ ਦੇ ਵਿੱਚ ਸੈਕੰਡ ਕੁਆਡਰੈਂਟ ਦੇ ਵਿੱਚ ਜਿਹੜਾ ਸਾਈਨ ਹੁੰਦਾ ਉਹ ਹੁੰਦਾ ਪੋਜ਼ਿਟਿਵ ਇਸ ਲਈ ਇਹ ਬਣ ਗਿਆ ਸਾਈਨ 70 ਤਾਂ ਦੇਖੋ ਇੱਥੇ ਆਹ ਅਪਲਾਈ ਹੋ ਗਿਆ ਫਿਰ ਉਸ ਤੋਂ ਬਾਅਦ 1/4 ਦੀ ਮਲਟੀਪਲਾਈ ਨੈਕਸਟ ਨਾਲ ਵੀ ਹੋਊਗੀ 1/4 ਹੁਣ ਸਾਈਨ 30 ਦੀ ਵੈਲਿਊ ਹੁੰਦੀ ਹੈ 1/2 ਮੈਂ ਡਾਇਰੈਕਟ ਵੈਲਿਊ ਪੁੱਟ ਕਰਤੀ ਤਾਂ ਕਿ ਮੈਨੂੰ ਐ ਸੀ ਕਿ ਵੀ ਆਪਾਂ ਇੱਕ ਸਟੈਪ ਘੱਟ ਕਰੀਏ ਥੋੜਾ ਜਿਹਾ ਤਾਂ ਦੇਖੋ 1/4 sin 70 -1/4 sin 70 ਇਹ ਕੱਟ ਗਿਆ ਤਾਂ ਇੱਥੇ ਆਪਣੇ ਕੋਲ ਮਲਟੀਪਲਾਈ ਕਰਕੇ ਆ ਗਿਆ 1/8 ਤੇ ਇਹੀ ਆਪਣੀ ਰਾਈਟ ਹੈਂਡ ਸਾਈਡ ਬਣੀ ਹੈਗੀ ਇਸ ਲਈ ਆਪਾਂ ਕਹਿ ਸਕਦੇ ਹਾਂ ਲੈਫਟ ਹੈਂਡ ਸਾਈਡ ਇਜ਼ ਇਕੁਅਲ ਟੂ ਰਾਈਟ ਹੈਂਡ ਸਾਈਡ। ਹੁਣ ਦੇਖੋ ਆਪਾਂ ਅੱਜ ਦਾ ਲਾਸਟ ਸਮ ਕਰ ਰਹੇ ਹਾਂ ਇਹਦੇ ਵਿੱਚ ਕੀ ਹੈਗਾ sin 5x - 2 sin 3x sin x ਡਿਵਾਈਡ ਬਾਈ cos 5x - cos x is equal to tan x। ਹੁਣ ਜਿਹੜਾ ਇਹ ਸਮ ਹੈਗਾ ਦੇਖੋ ਹੈਗਾ ਤਾਂ ਬਹੁਤ ਸਿੰਪਲ ਪਰ ਮੈਂ ਤੁਹਾਨੂੰ ਸਿਰਫ ਇੱਕ ਮੈਥਡ ਨਾਲ ਕਰਵਾਉਂਗਾ ਜਿਹਨੂੰ ਮਾੜੀ ਮੋਟੀ ਨੌਲੇਜ ਵੀ ਹੈਗੀ ਆ ਦੇਖੋ ਉਹ ਸੋਚਦਾ ਹੋਊਗਾ ਵੀ ਆਪਾਂ ਇਸ ਸਮ ਨੂੰ 3 ਤੋਂ 4 ਮੈਥਡ ਨਾਲ ਕਰ ਸਕਦੇ ਹਾਂ ਪਰ ਮੈਂ ਇੱਥੇ ਜਮਾ ਸਿੰਪਲ ਮੈਥਡ ਨਾਲ ਕਰਵਾਉਂਗਾ ਸਿੰਪਲ ਵੀ ਨਹੀਂ ਕਹਿ ਸਕਦੇ ਇੱਕ ਇਹੋ ਜਿਹਾ ਮੈਥਡ ਕਰਵਾਉਂਗਾ ਜਿਹੜਾ ਹਰੇਕ ਨੂੰ ਚੰਗੀ ਤਰ੍ਹਾਂ ਸਮਝ ਲੱਗ ਜੂਗਾ ਤਾਂ ਉਹ ਦੇਖੋ ਹੁਣ ਕੀ ਹੈਗਾ ਸਭ ਤੋਂ ਪਹਿਲਾਂ ਲੈਫਟ ਹੈਂਡ ਸਾਈਡ ਦੇ ਵਿੱਚ ਕੀ ਹੋ ਗਿਆ sin 5x sin 3x ਜਿਹੜਾ ਆ ਦੋ ਵਾਰੀ sin 3x ਪਿਆ ਸੀ ਮਾਈਨਸ ਦਾ ਮੈਨੂੰ ਅਲੱਗ-ਅਲੱਗ ਕਰਕੇ ਲਿਖ ਲਿਆ ਮੀਨ -2 sin 3x ਸੀਗਾ ਇੱਕ ਵਾਰੀ ਮੈਂ ਆ ਲਿਖ ਲਿਆ ਇੱਕ ਵਾਰੀ ਆ ਲਿਖ ਲਿਆ 2 ਸੀਗਾ ਦੋ ਅਲੱਗ-ਅਲੱਗ ਕਰਕੇ ਲਿਖ ਲਏ ਮੈਂ ਪਲੱਸ sin x डिवाइड बाय cos 5x cos x ਤਾਂ ਹੁਣ ਇਹਨੂੰ ਆਪਾਂ ਪਹਿਲਾਂ ਤਾਂ ਫਾਰਮੂਲਾ ਲਾਉਣ ਦੇ ਯੋਗ ਬਣਾਈਏ ਇਹ ਸਮ ਤਾਂ ਹੁਣ ਦੇਖੋ ਅੱਗੇ ਕੀ ਬਣਿਆ ਇਹ sin 5x sin 3x ਮਾਈਨਸ ਕੱਢ ਲਈ ਕਾਮਨ sin 3x sin x डिवाइड बाय cos 5x cos x देखो ਉੱਪਰ ਜਿਹੜੀ ਚੀਜ਼ ਬਣੀ ਆਪਾਂ sin c sin d ਦਾ ਫਾਰਮੂਲਾ ਅਪਲਾਈ ਕਰਾਂਗੇ ਇਹ ਆਪਣੇ ਕੋਲੇ cd ਦੇ ਵਿੱਚੋਂ ਸੈਕੰਡ ਫਾਰਮੂਲਾ ਸੀ ਜਿਹਦੇ ਵਿੱਚ 2 cos c plus d ਡਿਵਾਈਡ ਬਾਈ 2 ਫਿਰ sin c minus d ਡਿਵਾਈਡ ਬਾਈ 2 ਇਹ ਆਪਣੇ ਕੋਲ ਇੱਕ ਬ੍ਰੈਕਟ ਬਣੀ ਮਾਈਨਸ ਫਿਰ ਸੈਕੰਡ ਬ੍ਰੈਕਟ ਦੇ ਵਿੱਚ ਸੇਮ ਫਾਰਮੂਲਾ ਅਪਲਾਈ ਹੋ ਗਿਆ 2 cos c plus d divided by 2 sin c minus d divided by 2 नीचे देखो ਹੁਣ ਆਪਣੇ ਕੋਲੇ नीचे ਕੀ ਹੋਇਆ नीचे cos c minus cos d ਹੁਣ cos c minus cos d ਆਪਣੇ ਕੋਲ ਹੈਗਾ फोर्थ ਫਾਰਮੂਲਾ ਮੀਨ 2 sin c plus d divided by 2 फिर sin d minus c डिवाइड बाय 2 ਹੁਣ ਜਿਹੜੇ ਫਾਰਮੂਲਾ ਅਪਲਾਈ ਹੋਇਆ ਮੈਂ ਬਸ ਇਹਨੂੰ ਸਿੰਪਲੀਫਾਈ ਕਰਨਾ ਤੇ ਮੇਰਾ ਆਨਸਰ ਆ ਜਾਊਗਾ ਦੇਖੀਏ ਆਪਾਂ ਸਿੰਪਲੀਫਾਈ ਕਰਕੇ ਪਹਿਲਾਂ ਆਪਣੇ ਕੋਲ ਆ ਗਿਆ 2 cos 8/2 4x फिर आ गया sin 5 - 2 5 - 3 2x 2/2
1 एक ब्रैकेट बन गई ये, दूसरी ब्रैकेट 4/2 2x डिवाइड बाय 2 ये बन जूगा सिंपल साइन x डिवाइड बाय, फिर अपने को आ गया 2 साइन 3x साइन माइनस का 2x, क्योंकि अपने को माइनस का 4x डिवाइड बाय 2 माइनस 2x आ गया, तो आ चीज लिख ली। नैक्सट की है, नैक्सट हुण आपां उपरली साइड तो कॉमन कढ़न की कोशिश करते हैं भी की कॉमन निकल रहा, इक्वल टू 2 कॉमन निकलिया, एक साइन एक्स कॉमन निकलिया, हुण अपने को की बच गया cos 4x माइनस cos 2x, क्योंकि देखो ये 2 ते sin x, ये भी 2 ते sin x, ये चीज़ां कॉमन निकलियां, तो cos 4x रह गया एक अपने को माइनस का cos 2x रह गया। आई अपने को निचली साइड दे विच की होया, एक तो 2 आ गया, एक sin 3x आ गया, फिर उस तो बाद चो इत्थे अपने को जिहड़ा साइन माइनस 2x सीगा ये अपने को माइनस अगे आ गया। तुहानूं याद है ना, तुहानूं कहा सीगा दो सम तो पहला भी अपने को इत्थे साइन ते कॉस दे फॉर्मूले बनते हैं भी एक माइनस का कॉस माइनस का अपने को प्लस का कॉस हो जाता, साइन माइनस थीटा अपने को माइनस साइन थीटा हो जाता, बस यही माइनस आप अगे लगाते, तो देखो आ चीज़ बन जूगी अपने को। फिर उस बाद चो की हुण आप cos c माइनस cos d के फॉर्मूला अप्लाई करांगे। हुण ये देखो की हो जूगा अगे 2 sin x, अगे जिहड़ा ये फॉर्मूला अप्लाई किया cos c माइनस cos d, 2 sin c प्लस d डिवाइड बाय 2 sin d माइनस c डिवाइड बाय 2 हो गया, डिवाइड बाय माइनस 2 sin 3x sin 2x। देखो हुण अगे की बनया, देखो 2 नाल 2 चलो कटा ही दिंदे आ, पहला भी कटा सकते सीगे, एवें क्यों होर अगे वधाउणा 2 नूं, इज इक्वल टू sin x 2 sin 3x, फिर यह बन गया sin माइनस x। देखो आ चीज़ का पता लग गया तुहानूं सारिआं नूं। फिर उस तो बाद माइनस sin 3x sin 2x, आप हम ब्रैकेट दे खोल के लिख लिए ब्रैकेट नूं, 2 अगे आ गया sin x, फिर आ गया sin 3x, फिर sin जिहड़ा माइनस x हैगा उहदा माइनस अगे लग गया sin x डिवाइड बाय माइनस sin 3x sin 2x। देखो sin 3x ना sin 3x कट गया, अब माइनस नाल माइनस कट गया, तो अपने को आ चीज़ बन गई, तो हुण की रह गया sin x इन्हां दे अगे 2 आगा, उस तो बाद इत्थे अपने को sin 2x। देखो मैनूं ये लग रहा भी जिहड़ा sin 2x हैगा, जे मैनूं एक खोल के लिख ला, एक फॉर्मूला हुंदागा 2 sin x cos x, तो हुण इहनूं जे मैं खोल के लिख ला तो यह 2 नाल 2 कैंसल हो गया, साइन नाल साइन कैंसल हो गया, तो मेरे को बच गया ये sin x डिवाइड बाय cos x, तो sin x बाय cos x हो गया tan x। तो यही चीज़ अपने को प्रूव करनी सी, ते आपां कहता भी ये राइट हैंड साइड दे इक्वल आ गई, तो इन्हूं मैं कहता लेफ्ट हैंड साइड इज इक्वल टू राइट हैंड साइड।